ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੀਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਰੋਜਾ ਧਰੈ ਮਨਾਵੈ ਅਲਹੁ। ਸਵਾਦਤ ਜੀਉ ਸੰਘਾਰੈ। ਆਪਾ ਦੇਖ ਅਵਰ ਨਹੀਂ ਦੇਖੈ। ਕਾਹੇ ਕੋ ਝਾਖ ਮਾਰੈ। ਕਾਜੀ ਸਾਹਿਬ ਏਕ ਤੋਈ ਮੈਂ। ਤੇਰਾ ਸੋਚ ਵਿਚਾਰ ਨ ਦੇਖੈ। ਕਵਰ ਨ ਕਰੇ ਦੀਨ ਕੇ ਬੌਰੇ। ਤਾਤੇ ਜਨਮ ਲੇਖੈ ਰਹਾਉ। ਸਾਚ ਕਤੇਬ ਬਖਾਨੈ ਅਲਹੁ। ਨਾਰ ਪੁਰਖ ਨਹੀਂ ਕੋਈ। ਪੜ੍ਹੇ ਗੁਣੇ ਨਾਹੀ ਕਛ ਬੌਰੇ। ਜੋ ਦਿਲ ਮੈਂ ਖਬਰ ਨ ਹੋਈ। ਅਲਹੁ ਗੈਬ ਸਗਲ ਘਟ ਭੀਤਰ। ਹਿਰਦੈ ਲਿਹੁ ਵਿਚਾਰੀ। ਹਿੰਦੂ ਤੁਰਕ ਦਹਉ ਮੈਂ ਏਕੈ। ਕਹਿ ਕਬੀਰ ਪੁਕਾਰੀ। ਅਲਹੁ ਗੈਬ ਸਗਲ ਘਟ ਭੀਤਰ। ਹਿਰਦੈ ਲਿਹੁ ਵਿਚਾਰੀ। ਹਿੰਦੂ ਤੁਰਕ ਦਹਉ ਮੈਂ ਏਕੈ। ਕਹਿ ਕਬੀਰ ਪੁਕਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 483 ਤੇ ਸੁਭਾਏਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੋ ਉਪਦੇਸ਼ ਕਰ ਰਹੇ ਹਨ ਕਿ ਜੋ ਮਨੁੱਖ ਆਪਣੀ ਰਸਨਾ ਦੇ ਸਵਾਦ ਦੇ ਖਾਤਰ ਜੀਵਾਂ ਨੂੰ ਮਾਰਦੇ ਹਨ ਤੇ ਉਹਨਾਂ ਕਰਮਾਂ ਨੂੰ ਧਰਮ ਦਾ ਨਾਂ ਦਿੰਦੇ ਹਨ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਉਹ ਮਨੁੱਖ ਅਕਲੋਂ ਬਿਲਕੁਲ ਅੰਨੇ ਹਨ। ਅਕਲ ਤੋਂ ਬਿਲਕੁਲ ਹੀਣੇ ਹਨ, ਬੇਸਮਝ ਹਨ। ਜੋ ਧਰਮ ਦੇ ਨਾਮ 'ਤੇ ਜੀਵਾਂ ਨੂੰ ਮਾਰਦੇ ਹਨ ਔਰ ਧਰਮ ਦੇ ਨਾਂ 'ਤੇ ਜੋ ਜੀਵਾਂ ਨੂੰ ਮਾਰ ਕੇ ਉਹਨੂੰ ਧਰਮ ਦੀ ਰੰਗਤ ਦੇ ਕੇ ਆਪਣੀ ਜੀਵ ਦਾ ਚਸਕਾ ਪੂਰਾ ਕਰਦੇ ਹਨ।
इत्थे शब्द भावें परथाए है, पर इहदा उपदेश सारियां वास्ते इक्को जिहा है। तो भगत कबीर साहब जी इत्थे एक काजी नूं मुखातब हो के शब्द उच्चारण कीता है, क्योंकि आपां वेखदे हां ਜਦੋਂ ਬਕਰੀਦ ਆਉਂਦੀ ਹੈ ਉਸ ਸਮੇਂ ਬੱਕਰੇ ਵੱਢੇ ਜਾਂਦੇ ਨੇ, ਊਂਠ ਇਤਿਆਦਿਕ ਪਸ਼ੂਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ। ਕੁਰਬਾਨੀ ਸ਼ਬਦ ਵੈਸੇ ਜੇ ਆਪਾਂ ਇਹਨੂੰ ਵਿਚਾਰੀਏ, ਕੁਰਬਾਨ ਕੁਰਬ ਸ਼ਬਦ ਤੋਂ ਬਣਿਆ ਹੈ। ਕੁਰਬ ਦਾ ਅਰਥ ਹੈ ਨੇੜੇ, ਕੁਰਬਾਨੀ ਦਾ ਅਰਥ ਹੈ ਉਹ ਕਿਰਿਆ ਜਿਹੜੀ ਸਾਨੂੰ ਖੁਦਾ ਦੇ, ਰੱਬ ਦੇ ਨੇੜੇ ਕਰੇ। ਅਤੇ ਆਪਾਂ ਵੇਖਦੇ ਹਾਂ ਈਸਾਈ ਮਤ ਦੇ ਅੰਦਰ ਵੀ ਇਹਦਾ ਜਿਹੜਾ ਹੈ ਉਹ ਕੁਰਬਾਨੀ ਦਾ ਦੇਖਣ ਨੂੰ ਮਿਲਦਾ ਹੈ। ਹੋਰ ਧਰਮਾਂ ਦੇ ਅੰਦਰ ਵੀ, ਹਿੰਦੂ ਧਰਮ ਦੇ ਅੰਦਰ ਵੀ ਮੰਦਰਾਂ ਵਿੱਚ ਬਲੀਆਂ ਦਿੱਤੀਆਂ ਜਾਂਦੀਆਂ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ ਕਿ ਅਸਲ ਵਿੱਚ ਜਿਹੜੇ ਮਨੁੱਖ ਇਸ ਤਰ੍ਹਾਂ ਦਾ ਕਰਮ ਕਰਦੇ ਨੇ ਉਹ ਅਕਲੋਂ ਹੀਣੇ ਹਨ, ਉਹਨਾਂ ਨੂੰ ਕੋਈ ਅਧਿਆਤਮਕ ਦੀ ਸੋਝੀ ਨਹੀਂ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ, ਰੋਜਾ ਧਰੈ ਮਨਾਵੈ ਅਲਹੋ, ਸਵਾਦਤ ਜੀ ਸੰਘਾਰੈ। ਰੋਜ਼ਾ ਰੱਖਦਾ ਹੈ ਮੁਸਲਮਾਨ ਔਰ ਅੱਲਾਹ ਨੂੰ, ਖੁਦਾ ਨੂੰ ਮਨਾਉਂਦਾ ਹੈ। ਭਾਵ ਇਹ ਸਾਰੇ ਕਰਮ ਖੁਦਾ ਦੀ ਪ੍ਰਸੰਨਤਾ ਵਾਸਤੇ ਕੀਤੇ ਜਾਂਦੇ ਨੇ। ਅਤੇ ਭਗਤ ਕਬੀਰ ਸਾਹਿਬ ਜੀ ਸੰਘਾਰੈ ਆਪਣੀ ਰਸਨਾ ਦੇ ਸਵਾਦ ਵਾਸਤੇ ਜੀਵਾਂ ਨੂੰ ਮਾਰਦਾ ਹੈ। ਹਾਂ, ਕਿਸੇ ਹੋਰ ਕਾਰਨ ਕਰਕੇ ਕਿਸੇ ਜੀਵ ਨੂੰ ਮਾਰਦਾ ਹੈ ਤਾਂ ਗੱਲ ਕੋਈ ਬਣਦੀ ਹੈ, ਪਰ ਖੁਦਾ ਦੇ ਨਾਮ 'ਤੇ, ਪਰਮਾਤਮਾ ਦੇ ਨਾਮ 'ਤੇ, ਵਾਹਿਗੁਰੂ ਦੇ ਨਾਮ 'ਤੇ ਜਾਂ ਕਿਸੇ ਦੇਵੀ ਦੇਵਤੇ ਦੇ ਨਾਮ 'ਤੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹ ਕਾਹਦਾ ਧਰਮ ਹੋਇਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਆਪਾਂ ਅੱਗੇ ਵੀ ਇੱਕ ਦਿਨ ਸਾਂਝਾ ਕੀਤਾ ਸੀ, ਪੰਡੀਆ ਕਵਣ ਕੁਮਤ ਤੁਮ ਲਾਗੇ। ਉੱਥੇ ਪੰਡਤ ਨੂੰ ਆਖਿਆ, ਇੱਥੇ ਕਾਜੀ ਨੂੰ ਆਖਿਆ, ਗੱਲ ਇੱਕੋ ਹੈ। ਪੰਡੀਆ ਕਵਣ ਕੁਮਤ ਤੁਮ ਲਾਗੇ, ਡੂਬੋਗੇ ਪਰਿਵਾਰ ਸਗਲ ਸਿਉ ਰਾਮ ਨ ਜਪੋ ਅਭਾਗੇ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਕਹਿੰਦੇ ਜੀਵਾਂ ਨੂੰ ਮਾਰਦੇ ਹੋ ਪਰਮਾਤਮਾ ਦੇ ਨਾਮ 'ਤੇ, ਆਦਿ ਸ਼ਕਤੀ ਦੇ ਨਾਂ 'ਤੇ, ਅਤੇ ਕਹਿੰਦੇ ਹੋ ਇਹ ਬੜਾ ਧਰਮ ਦਾ ਕੰਮ ਹੈ। ਇਹ ਜੀਵ ਸਫਲ ਹੋ ਗਿਆ ਜਿਹਦੀ ਇੱਦਾਂ ਬਲੀ ਦਿੱਤੀ, ਕੁਰਬਾਨੀ ਦਿੱਤੀ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੇਖ, ਆਪਸ ਕੋ ਮੁਨਵਰ ਕਰ ਥਾਪੋ, ਜੀਵਾਂ ਨੂੰ ਮਾਰ ਕੇ ਮੰਦਰ ਦੇ ਵਿੱਚ, ਧਾਰਮਿਕ ਸਥਾਨ ਦੇ ਵਿੱਚ ਉਹਦਾ ਗਲਾ ਵੱਢ ਕੇ ਆਖਦੇ ਹੋ ਵੀ ਇਹ ਤਾਂ ਧਰਮ ਦਾ ਕੰਮ ਹੈ, ਅਤੇ ਆਪਣੇ ਆਪ ਨੂੰ ਰਿਸ਼ੀ ਮੁਨੀ ਧਾਰਮਿਕ ਅਖਵਾਉਂਦੇ ਹੋ। ਜੇਕਰ ਇਹ ਕੰਮ ਧਾਰਮਿਕ ਬੰਦਿਆਂ ਦਾ, ਰਿਸ਼ੀਆਂ ਮੁਨੀਆਂ ਦਾ ਹੈ, ਅਤੇ ਫਿਰ ਕਸਾਈ ਕਿਹਨੂੰ ਆਖੋਗੇ। ਜੀ ਬਦਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਫਿਰ ਅਧਰਮ ਕੀ ਹੋਇਆ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਆਪਣੇ ਆਪ ਨੂੰ ਇੱਦਾਂ ਜੀਵਾਂ ਨੂੰ ਮਾਰ ਕੇ ਅਤੇ ਰਿਸ਼ੀ ਆਖ ਦਿਓ, ਮੁਨੀ ਆਖ ਦਿਓ, ਅਤੇ ਫਿਰ ਕਸਾਈ ਕਿਸ ਨੂੰ ਆਖੋਗੇ। ਤੋ ਇੱਥੇ ਕਾਜੀ ਨੂੰ ਮੁਖਾਤਬ ਹੋ ਕੇ ਭਗਤ ਕਬੀਰ ਸਾਹਿਬ ਜੀ ਉਹੀ ਗੱਲ ਕਰ ਰਹੇ ਨੇ, ਧਰਮ ਦੇ ਨਾਂ 'ਤੇ ਮਨੁੱਖ ਹੋਰ ਜੀਵਾਂ ਨੂੰ ਮਾਰਦਾ ਹੈ, ਇਹ ਧਰਮ ਨਹੀਂ ਹੈ।
ਜੇਕਰ ਪਰਮਾਤਮਾ ਨੂੰ ਖੁਸ਼ ਕਰਨਾ ਹੈ ਤਾਂ ਉਹ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਦੱਸਿਆ ਹੈ ਕਿ ਤੂੰ ਇੱਕੋ ਕੰਮ ਕਰ ਲੈ, ਪਰਮਾਤਮਾ ਤੇਰੇ ਤੇ ਖੁਸ਼ ਹੋ ਜਾਵੇਗਾ। ਉਹ ਕੀ ਹੈ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਕਰ, ਉਹਦੀ ਰਜ਼ਾ ਵਿੱਚ ਆ ਜਾਏ। ਤੇਰੇ ਨਾਲ ਲਿਖਿਆ ਹੋਇਆ ਆਇਆ ਕਿ ਤੂੰ ਹੁਕਮ ਵਿੱਚ ਚੱਲੇਗਾ, ਸੁਖ ਪਾਵੇਂਗਾ। ਜੇ ਤੂੰ ਵਾਹਿਗੁਰੂ ਦੀ ਖੁਸ਼ੀ ਲੈਣੀ ਹੈ, ਤੇਰੇ ਨਾਲ ਲਿਖਿਆ ਹੋਇਆ ਆਇਆ ਹੈ ਕਿ ਬਸ ਤੂੰ ਹੁਕਮ ਵਿੱਚ ਚੱਲੀ ਜੇ। ਪਰਮਾਤਮਾ ਕਹਿੰਦਾ ਮੈਂ ਤੇਰੇ 'ਤੇ ਖੁਸ਼ ਹੋ ਜਾਵਾਂਗਾ ਜਦੋਂ ਤੂੰ ਰਜ਼ਾ ਵਿੱਚ ਚੱਲੇਗਾ। ਅਤੇ ਆਪਾਂ ਵੇਖੀਏ ਮਨੁੱਖ ਦੇ ਅੰਦਰ ਵੀ ਉਹ ਗੱਲ ਹੈ ਕਿ ਜਦੋਂ ਕੋਈ ਇਹਦਾ ਹੁਕਮ ਮੰਨਦਾ ਹੈ ਤਾਂ ਮਨੁੱਖ ਉਹਦੇ 'ਤੇ ਖੁਸ਼ ਹੁੰਦਾ ਹੈ। ਜਿਹੜਾ ਹੁਕਮ ਨਾ ਮੰਨੇ ਉਹਦੇ ਤੋਂ ਮਨੁੱਖ ਨਾਰਾਜ਼ ਹੋ ਜਾਂਦਾ, ਭਾਵੇਂ ਉਹ ਕਿੰਨਾ ਵੀ ਸਗਾ ਕਿਉਂ ਨਾ ਹੋਵੇ, ਕਿ ਇਹਨੇ ਮੇਰਾ ਹੁਕਮ ਨਹੀਂ ਮੰਨਿਆ, ਮੇਰਾ ਕਹਿਣਾ ਨਹੀਂ ਮੰਨਿਆ ਹੈ। ਤਾਂ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਨਾ ਕਿ ਹੋਰ ਕਰਮ ਕਾਂਡ ਕਰਕੇ ਜੀਵਾਂ ਨੂੰ ਮਾਰ ਕੇ ਇੱਦਾਂ ਖੁਦਾ ਪਰਮਾਤਮਾ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਫਿਰ ਜੇਕਰ ਜੀਵ ਦੇ ਸਵਾਦ ਵਾਸਤੇ ਜੀਵਾਂ ਨੂੰ ਮਾਰ ਰਿਹਾ, ਵੈਸੇ ਇਸੇ ਕਰਕੇ ਮਾਰਿਆ ਜਾਂਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਪਾਵਨ ਬਾਣੀ ਵਿੱਚ ਕਹਿੰਦੇ ਹਨ, ਜਿਹੜਾ ਬੰਦਾ ਰਸਾਂ ਕਸਾਂ ਵਿੱਚ ਫਸਿਆ ਹੋਇਆ ਉਹ ਨਾਮ ਦਾ ਰਸ ਨਹੀਂ ਲੈ ਸਕਦਾ। ਭਾਵੇਂ ਉਹ ਕਿਸੇ ਜੀਵ ਨੂੰ ਮਾਰਨ ਦਾ ਰਸ ਲੈ ਰਿਹਾ ਹੈ, ਉਹਨੂੰ ਮਾਰ ਕੇ ਖਾਂਦਾ ਹੈ, ਅਤੇ ਭਾਵੇਂ ਆਮ ਦੁਨਿਆਵੀ ਪਦਾਰਥਾਂ ਦਾ ਰਸ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਬਾਣੀ ਵਿੱਚ ਫਰਮਾਨ ਕਰਦੇ ਨੇ, ਕਹਿੰਦੇ ਮਾਸ ਖਾਣਾ ਅਤੇ ਸੋਨਾ ਪਾਣਾ ਇੱਕੋ ਜਿੰਨਾ ਇਹਨਾਂ ਦਾ ਪਾਪ ਹੈ। ਵਧੀਆ ਗੱਡੀ ਦੀ ਸਵਾਰੀ ਕਰਨੀ ਅਤੇ ਮਾਸ ਖਾਣਾ ਪਾਪ ਇੱਕੋ ਜਿੰਨਾ ਹੈ। ਵਧੀਆ ਪਲੰਘਾਂ ਦੇ ਉੱਪਰ ਸੌਣਾ ਅਤੇ ਮਾਸ ਖਾਣਾ ਪਾਪ ਇੱਕੋ ਜਿੰਨਾ ਹੈ। ਭਾਵ ਕਿ ਦੁਨੀਆ ਦੇ ਜਿੰਨੇ ਵੀ ਸੁੱਖ ਨੇ ਉਹ ਅਤੇ ਦੂਜੇ ਪਾਸੇ ਜਿਹੜਾ ਪਾਪ ਕਰਮ ਹੈ ਉਹ ਬਰਾਬਰ ਨੇ। ਪਾਪ ਪੁੰਨ ਦੋਏ ਏਕ ਸਮਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਪ ਤਾਂ ਪਾਪ ਹੈ ਹੀ, ਪਰ ਪੁੰਨ ਵੀ ਪਾਪ ਬਣ ਗਿਆ। ਕਦੋਂ ਬਣਦਾ ਹੈ? ਵੇਖੋ, ਸੋਨਾ ਪਾਣਾ ਕਦੋਂ ਪਾਪ ਬਣਦਾ ਹੈ? ਵੈਸੇ ਤੁਹਾਨੂੰ ਮਹਾਰਾਜ ਨੇ ਮਾਇਆ ਦਿੱਤੀ, ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵੈਦ ਦੱਸਦਾ ਵੀ ਤੁਹਾਡੇ ਤਨ ਦੇ ਵਿੱਚ ਇੱਦਾਂ ਇਹ ਕਮੀ ਹੈ, ਸੋਨਾ ਪਾ ਲਓ, ਚਾਂਦੀ ਪਾ ਲਓ, ਤੁਹਾਡੇ ਸਰੀਰ ਦੀ ਕਮੀ ਦੂਰ ਹੋ ਜਾਵੇਗੀ, ਉਹ ਤਾਂ ਗੱਲ ਵੱਖਰੀ ਹੈ। ਪਰ ਜੇਕਰ ਦੁਨੀਆ ਨੂੰ ਵਿਖਾਉਣ ਵਾਸਤੇ ਸੋਨਾ ਪਾ ਰਹੇ ਹੋ, ਚਾਂਦੀ ਪਾ ਰਹੇ ਹੋ, ਈਵਨ ਆਪਾਂ ਕੱਪੜੇ ਪਾਉਂਦੇ ਹਾਂ ਜਾਂ ਕੋਈ ਵੀ ਪਦਾਰਥ ਹੈ ਉਹ ਆਪਾਂ ਵਰਤਦੇ ਹਾਂ, ਜੇਕਰ ਉਹ ਆਪਾਂ ਨੁਮਾਇਸ਼ ਕਰਨ ਵਾਸਤੇ ਜਾਂ ਰਸ ਲੈਣ ਵਾਸਤੇ ਵੀ ਦੁਨੀਆ ਨੂੰ ਦਿਖਾਵਾਂ ਵੀ ਬੜਾ ਇਹਦਾ ਵੀ ਇੱਕ ਚੀਜ਼ ਦਾ ਰਸ ਹੈ, ਤਾਂ ਮਾਸ ਖਾਣਾ ਅਤੇ ਇਹ ਚੀਜ਼ਾਂ ਕਰਨੀਆਂ ਪਾਪ ਬਰਾਬਰ ਹੈ। ਮਹਾਰਾਜ ਨੇ ਉੱਥੇ ਕਹਿ ਦਿੱਤਾ, ਰਸ ਸੋਨਾ ਰਸ ਰੂਪਾ ਕਾਮਲ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਦੋਂ ਕੋਈ ਚੀਜ਼ ਆਪਾਂ ਲੋੜ ਨਹੀਂ ਸੀ ਪਰ ਉਹਨੂੰ ਸਵਾਦ ਵਾਸਤੇ ਵਰਤਣ ਲੱਗ ਪਏ ਵੀ ਇਹਦਾ ਸਵਾਦ ਲੈ ਕੇ ਵੇਖਣਾ ਹੈ, ਰਸ ਲੈਣਾ ਬਸ ਇਹਦਾ, ਉਦੋਂ ਉਹ ਚੀਜ਼ ਪਾਪ ਬਣ ਜਾਂਦੀ ਹੈ, ਕਿਉਂਕਿ ਉਹ ਸਾਨੂੰ ਫਿਰ ਨਾਮ ਰਸ ਤੋਂ ਦੂਰ ਕਰ ਦਿੰਦੀ ਹੈ। ਜਿਹੜੀ ਦੁਨੀਆ ਦੀ ਪਦਾਰਥ ਚੀਜ਼ ਆਪਾਂ ਕੋਈ ਲੋੜ ਹੈ ਸਰੀਰ 'ਤੇ ਵਰਤ ਲਓ, ਪਰ ਜਦੋਂ ਉਹਨੂੰ ਆਪਾਂ ਸਵਾਦ ਵਾਸਤੇ ਰਸ ਲੈਣ ਵਾਸਤੇ ਵਰਤਾਂਗੇ ਤਾਂ ਫਿਰ ਉਹ ਨਾਮ ਨਾਲੋਂ ਸਾਡੀ ਬਿਰਤੀ ਨੂੰ ਤੋੜ ਦੇਵੇਗੀ। ਨਾਮ ਵਾਲੇ ਪਾਸੇ ਸਾਡਾ ਮਨ ਨਹੀਂ ਫਿਰ ਆਵੇਗਾ। ਇਸੇ ਕਰਕੇ ਉੱਥੇ ਕਹਿ ਤਾ ਵੀ ਪਾਪ ਪੁੰਨ ਦੋਏ ਏਕ ਸਮਾਨ। ਆਪਾਂ ਪਾਪ ਕੋਈ ਕੀਤਾ ਹੈ ਉਹ ਪਾਪ ਤਾਂ ਹੈ ਹੀ, ਪਰ ਆਪਾਂ ਪੁੰਨ ਕਰ ਰਹੇ ਹਾਂ
वो भी अपनी होमै वास्ते कि दुनिया के बड़ा पुन्नी बंदा है, वो भी पाप ही बन गया, क्योंकि वो सानू रब नालों तोड़ेगा। ਉਹਦੀ ਈਗੋ आ गई, ਉਹਦੀ ਹੋਮੈ आ गई मन ਦੇ ਵਿੱਚ ਵੀ मैं बड़ा पुन्नी हाँ। बस ਉਹਨੇ सानू नाम नालों उसे छिन्न तोड़ दिता, बाणी नालों तोड़ दिता, ਤਾਂ ਉਹ ਪੁੰਨ ਵੀ ਸਾਡਾ ਪਾਪ ਬਣ ਗਿਆ। ਕਿਉਂਕਿ ਪਾਪ ਦਾ ਕੀ ਭਾਵ ਹੈ? ਜਿਹੜਾ ਸਾਨੂੰ ਰੱਬ ਤੋਂ ਦੂਰ ਲੈ ਜਾਵੇ। ਪਾਪ ਕਿਰਿਆ ਦਾ ਕੀ ਭਾਵ ਹੈ? ਜੋ ਸਾਨੂੰ ਪਰਮਾਤਮਾ ਤੋਂ ਦੂਰ ਕਰ ਦੇਵੇ, ਉਹਨੂੰ ਕੀਆ ਹੈ ਪਾਪ। ਅਤੇ ਜਦੋਂ ਆਪਾਂ ਚੰਗੇ ਕਰਮ ਕਰਕੇ ਵੀ ਉਹਨਾਂ ਦੀ ਈਗੋ ਧਾਰਨ ਕਰਾਂਗੇ ਜਾਂ ਲੋਕਾਂ ਨੂੰ ਦੱਸਾਂਗੇ ਵੀ ਮੈਂ ਬੜਾ ਤੀਰਥਾਂ ਦਾ ਇਸ਼ਨਾਨ ਕੀਤਾ, ਮੈਂ ਹਰ ਸਾਲ ਲੰਗਰ ਲਾਉਂਦਾ, ਮੈਂ ਇਹ ਕਰਦਾ ਹਾਂ, ਉਹ ਪੁੰਨ ਵੀ ਸਾਡਾ ਪਾਪ ਬਣ ਗਿਆ। ਪਾਪ ਦਾ ਭਾਵ ਜੋ ਸਾਨੂੰ ਰੱਬ ਤੋਂ ਦੂਰ ਲੈ ਜਾਵੇ, ਆਪੇ ਤੋਂ ਦੂਰ ਲੈ ਜਾਵੇ। ਤੋ ਭਗਤ ਕਬੀਰ ਸਾਹਿਬ ਫਰਮਾਨ ਕਰਦੇ ਨੇ, ਰੋਜ਼ੇ ਰੱਖਦਾ ਹੈ ਖੁਦਾ ਨੂੰ ਮਨਾਉਣ ਵਾਸਤੇ ਔਰ ਕੁਰਬਾਨੀਆਂ ਦਿੰਦਾ ਹੈ। ਰੋਜ਼ਾ ਧਰੈ ਮਨਾਵੈ ਅੱਲੋ ਸਵਾਦਤ ਜੀ ਸੰਘਾਰੈ। ਆਪਣੇ ਸਵਾਦ ਵਾਸਤੇ ਜੀਵਾਂ ਦੀ ਕੁਰਬਾਨੀ ਦਿੰਦਾ ਹੈ, ਉਹਨੂੰ ਮਾਰਦਾ ਹੈ, ਧਰਮ ਦਾ ਨਾਂ ਦੇ ਦਿੱਤਾ। ਆਪਾ ਦੇਖ ਅਵਰਣੀ ਦੇਖੈ, ਕਾਹੇ ਕੋ ਝੱਖ ਮਾਰੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਉਂ ਤੂੰ ਝੱਖ ਮਾਰਦਾ ਹੈ? ਆਪਣੇ ਅੰਦਰ ਵੇਖ, ਵਿਚਾਰ ਕਰ, ਤੂੰ ਆਪਣੇ ਅੰਦਰ ਉਸ ਰੱਬ ਨੂੰ ਜਾਣਨਾ ਕਰ। ਪਰ ਐਸੀ ਗੱਲ ਤਾਂ ਹੈ ਨਹੀਂ। ਮਨੁੱਖ ਕਹਿੰਦਾ ਮੈਂ ਆਪਣਾ ਆਪ ਬਚਾ ਲਵਾਂ, ਦੂਜੇ ਜੀਵ ਦੀ ਬਲੀ ਦੇ ਦੇਵਾਂ। ਹਾਂ, ਜੇ ਖੁਦਾ ਨੂੰ ਪਸੰਦ ਕਰਨਾ ਤੇ ਆਪਣੀ ਬਲੀ ਕੁਰਬਾਨੀ ਦੇ ਦੇ ਵੀ ਮੈਂ ਹੀ ਕੁਰਬਾਨ ਹੋ ਜਾਂਦਾ ਹਾਂ। ਆਪਾ ਦੇਖ ਆਪਣੇ ਆਪ ਦੀ ਜਿੰਦ ਨੂੰ ਤਾਂ ਬਚਾਉਣਾ ਚਾਹੁੰਦਾ ਹੈ, ਅਵਰ ਨਹੀਂ ਦੇਖਿਆ, ਹੋਰਾਂ ਨੂੰ ਵੱਲ ਨਹੀਂ ਦੇਖਦਾ ਵੀ ਉਹ ਸਾਰੇ ਵੀ ਦੇਖੋ ਜਿੰਨੇ ਵੀ ਜੀਵ ਜੰਤੂ ਨੂੰ ਆਪਾਂ ਉਹਨਾਂ ਨੂੰ ਮਾਰਨਾ ਚਾਹੀਏ ਨਾ, ਅਤੇ ਉਹ ਵੀ ਆਪਣੀ ਜਾਨ ਬਚਾਉਣਾ ਚਾਹੁੰਦੇ ਹਨ। ਅਤੇ ਭਗਤ ਕਬੀਰ ਸਾਹਿਬ ਕਹਿੰਦੇ, ਕਾਹੇ ਕੋ ਝੱਖ ਮਾਰੈ। ਕਿਉਂ ਝੱਖ ਮਾਰ ਰਿਹਾ ਹੈ? ਕਿ ਮੈਂ ਇਹ ਖੁਦਾ ਦੇ ਨਾਮ 'ਤੇ ਕੁਰਬਾਨੀ ਦੇ ਰਿਹਾ। ਇੱਦਾਂ ਖੁਦਾ ਪ੍ਰਸੰਨ ਹੁੰਦਾ ਹੈ। ਖੁਦਾ ਵਾਹਿਗੁਰੂ ਨਿਰੰਕਾਰ ਪਰਮੇਸ਼ਵਰ ਇਹਨਾਂ ਕਰਮਾਂ ਦੇ ਨਾਲ ਪ੍ਰਸੰਨ ਨਹੀਂ ਹੁੰਦਾ। ਬਸ ਉਹ ਇੱਕੋ ਗੱਲ ਨਾਲ ਪ੍ਰਸੰਨ ਹੁੰਦਾ ਜਦੋਂ ਕੋਈ ਜੀਵ ਉਹਦੇ ਹੁਕਮ ਦੇ ਵਿੱਚ, ਉਹਦੀ ਆਗਿਆ ਦੇ ਵਿੱਚ ਚੱਲਣ ਲੱਗ ਜਾਂਦਾ ਹੈ। ਮਹਾਰਾਜ ਦਾ ਬਚਨ ਹੁਕਮ ਮੰਨਿਆ ਹੋਵੈ ਪ੍ਰਵਾਨ, ਤਾਂ ਖਸਮੈ ਕਾ ਮੈਲ ਪਾਏ ਸੀ। ਹੁਕਮ ਨੂੰ ਮੰਨ ਲਵੇ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਫਿਰ ਇਹ ਵੀ ਬਚਨ ਆਖੇ ਨੇ, ਵੇਖੋ ਜਦੋਂ ਆਪਾਂ ਹੁਕਮ ਮੰਨਣ ਲੱਗ ਜਾਵਾਂਗੇ ਨਾ, ਤਾਂ ਆਪਾਂ ਨੂੰ ਐਟੋਮੈਟਿਕ ਅੰਦਰ ਠੰਡ ਵਰਤਣ ਲੱਗ ਜਾਵੇਗੀ, ਸੁੱਖ ਮਿਲਣ ਲੱਗ ਜਾਵੇਗਾ। ਜਦੋਂ ਆਪਾਂ ਬਾਗੀ ਹੋਵਾਂਗੇ ਤਾਂ ਹਰ ਸਮੇਂ ਖਤਰਾ ਹੈ। ਜਿਵੇਂ ਕੋਈ ਫੌਜਦਾਰ ਸਮੇਂ ਦੀ ਹਕੂਮਤ ਬਾਦਸ਼ਾਹ ਦਾ ਬਾਗੀ ਹੋ ਜਾਵੇ ਅਤੇ ਹਰ ਸਮੇਂ ਉਹਨੂੰ ਖਤਰਾ ਹੈ, ਕੋਈ ਪਤਾ ਨਹੀਂ ਬਾਦਸ਼ਾਹ ਨੇ ਕਿਹੜੇ ਪਾਸੇ ਤੋਂ ਫੌਜ ਚੜ੍ਹਾ ਕੇ ਭੇਜ ਦੇਣੀ ਹੈ, ਕਿਹੜੇ ਪਾਸੇ ਤੋਂ ਕੋਈ ਆ ਕੇ ਮੈਨੂੰ ਮਾਰ ਜਾਵੇ। ਪਰ ਜਦੋਂ ਉਹ ਬਾਦਸ਼ਾਹ ਦੇ ਅਧੀਨ ਚੱਲ ਰਿਹਾ ਬਿਲਕੁਲ, ਅਤੇ ਬਾਦਸ਼ਾਹ ਸਗੋਂ ਆਪ ਉਹਦੀ ਪ੍ਰੋਟੈਕਸ਼ਨ ਕਰਦਾ ਹੈ, ਉਹਦੀ ਰੱਖਿਆ ਵਾਸਤੇ ਉਹਨੂੰ ਗਾਰਡ ਦਿੰਦਾ ਵੀ ਇਸ ਬੰਦਾ ਬੜਾ ਕੀਮਤੀ ਹੈ, ਸਾਡਾ ਅਫਸਰ ਹੈ, ਇਹਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਪਰ ਜਦੋਂ ਬਾਗੀ ਹੋ ਗਿਆ, ਫਿਰ ਉਹਦੇ ਅੰਦਰ ਡਰ ਬੈਠਾ ਰਹਿੰਦਾ, ਕੋਈ ਪਤਾ ਨਹੀਂ ਕਿਹੜੇ ਪਾਸਿਓਂ ਫੌਜ ਆ ਜਾਵੇ ਬਾਦਸ਼ਾਹ ਦੀ। ਇਸੇ ਤਰ੍ਹਾਂ ਜਦੋਂ ਆਪਾਂ ਰੱਬ ਦਾ ਹੁਕਮ ਮੰਨਣ ਲੱਗ ਪਏ, ਆਪਣੇ ਅੰਦਰੋਂ ਡਰ ਖਤਮ ਹੋ ਜਾਵੇਗਾ, ਉਹਦੇ 'ਤੇ ਸ਼ਰਧਾ ਬਣ ਜਾਵੇਗੀ। ਔਰ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ ਕਿ ਵਾਹਿਗੁਰੂ ਨਿਰੰਕਾਰ, ਉਹ ਜਦੋਂ ਕੋਈ ਉਹਦਾ ਬਣ ਗਿਆ, ਉਹਦੇ ਹੁਕਮ ਦੇ ਵਿੱਚ ਚੱਲਣ ਲੱਗ ਪਿਆ, ਅਤੇ ਵਾਹਿਗੁਰੂ ਨੇ ਫਿਰ ਆਪ ਆਪਣੇ ਭਗਤਾਂ ਦੀ ਲਾਜ ਰੱਖੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ।
ਇਹ ਵੀ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਆ, ਵਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਤਾਂ ਇਸ ਤਰ੍ਹਾਂ ਜਦੋਂ ਆਪਾਂ ਉਹਦੇ ਹੁਕਮ ਤੋਂ ਬਾਹਰ ਹੋ ਗਏ ਤੇ ਸਾਡੇ ਅੰਦਰ ਡਰ ਸਹਿਮ ਦਾ ਆਉਣਾ ਕੁਦਰਤੀ ਗੱਲ ਸੀ, ਕਿਉਂਕਿ ਆਪਾਂ ਆਪਣੇ ਮੂਲ ਸਰੋਤ ਪਰਮੇਸ਼ਵਰ ਵਾਹਿਗੁਰੂ ਨਾਲੋਂ ਟੁੱਟ ਗਏ ਹਾਂ। ਇਸ ਤਰ੍ਹਾਂ ਦੇ ਕਰਮ ਕਾਂਡ ਕਰਨ ਦੇ ਨਾਲ ਉਹ ਵਾਹਿਗੁਰੂ ਖੁਦਾ ਪ੍ਰਸੰਨ ਨਹੀਂ ਹੁੰਦਾ। ਮਹਾਰਾਜ ਜੀ ਦੇ ਬਚਨ ਨੇ, ਜੇ ਤੂੰ ਸੁੱਖ ਲੈਣਾ ਹੈ, ਆਪਾਂ ਸਾਰੇ ਚਾਹੁੰਦੇ ਆ ਨਾ ਦਿਨ ਰਾਤ ਸੁੱਖ ਹੋਵੇ, ਸੁੱਖ ਵੀ ਜਿਹੜਾ ਦਿਨ ਵੀ ਸੁੱਖ ਵਿੱਚ ਬਤੀਤ ਹੋਵੇ, ਰਾਤ ਵੀ ਸਾਰੇ ਚਾਹੁੰਦੇ ਆ ਨਾ। ਅਤੇ ਗੁਰਬਾਣੀ ਵਿੱਚ ਮਹਾਰਾਜ ਨੇ ਇੱਕ ਬਚਨ ਆਖਿਆ ਵੀ ਇਹ ਕੰਮ ਕਰ ਲੈ, ਕਿੰਨਾ ਵੀ ਤੂੰ ਦੁਖੀ ਹੈ, ਤੈਨੂੰ ਕਿੰਨੇ ਕਲੇਸ਼ ਚਿੰਬੜੇ ਹੋਏ ਨੇ, ਬਸ ਇੱਕ ਪਾਸੇ ਆਪਣਾ ਧਿਆਨ ਲਗਾ। ਜੀੜਾ ਅਗਨ ਬਰਾਬਰ ਤਪੈ। ਇੰਨਾ ਕੋਈ ਮਨੁੱਖ ਦੁਖੀ ਹੋਵੇ, ਉਹਦੇ ਅੰਦਰ ਹਰ ਸਮੇਂ ਅੱਗ ਦਾ ਭਾਂਬੜ ਮੱਚ ਰਿਹਾ ਹੋਵੇ, ਹਰ ਸਮੇਂ ਕਲੇਸ਼। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪਰਨਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਬਸ ਹੁਕਮ ਵਾਲੇ ਪਾਸੇ ਧਿਆਨ ਲਗਾ ਲਵੇ, ਉਹ ਦੁੱਖਾਂ ਦੀ ਅੱਗ ਵਿੱਚ ਬੈਠਾ ਹੋਇਆ ਵੀ ਸੁੱਖ ਮਹਿਸੂਸ ਕਰੇਗਾ, ਆਨੰਦ ਮਹਿਸੂਸ ਕਰੇਗਾ। ਅਤੇ ਜੇ ਹੁਕਮ ਵਾਲੇ ਪਾਸੇ ਸਾਡਾ ਧਿਆਨ ਨਹੀਂ, ਸੁੱਖਾਂ ਦੇ ਵਿੱਚ ਬੈਠਿਆਂ ਹੋਇਆਂ ਵੀ, ਪਦਾਰਥਾਂ ਵਿੱਚ ਬੈਠਾ ਹੋਇਆ ਵੀ ਮਨੁੱਖ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਇੱਦਾਂ ਮਨੁੱਖ ਦੁਖੀ ਰਹੇਗਾ। ਅਤੇ ਮਹਾਰਾਜ ਕਹਿਤਾ ਇੱਥੋਂ ਤੱਕ ਵੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਵੀ ਦੁਖੀ ਰਹੇਗਾ ਜੇ ਹੁਕਮ ਵਾਲੇ ਪਾਸੇ ਸਾਡਾ ਧਿਆਨ ਨਹੀਂ ਹੈ। ਬਸ ਹੁਕਮ ਨੂੰ ਮੰਨ ਲਿਆ ਅਤੇ ਝੌਂਪੜੀ ਦੇ ਵਿੱਚ ਬੈਠਾ ਹੋਇਆ ਵੀ ਆਨੰਦ ਦੇ ਵਿੱਚ ਹੈ, ਹੁਕਮ ਤੋਂ ਬਾਹਰ ਹੈ ਅਤੇ ਮਹੱਲਾਂ ਵਿੱਚ ਬੈਠਾ ਹੋਇਆ ਵੀ ਮਹਾਰਾਜ ਕਹਿੰਦੇ ਸੋ ਪ੍ਰਭ ਚਿਤ ਨ ਆਵੀ, ਵਿਸ਼ਟਾ ਕੇ ਕੀੜੇ, ਵਿਸ਼ਟਾ ਦੇ ਕੀੜੇ ਦੀ ਤਰ੍ਹਾਂ ਦੁਖੀ ਰਹਿੰਦਾ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਜਿਵੇਂ ਤੂੰ ਆਪਣੇ ਆਪ ਨੂੰ ਵੇਖਣਾ, ਤੂੰ ਚਾਹੁੰਦਾ ਮੈਂ ਹੋਰ ਜ਼ਿੰਦਗੀ ਜੀ ਲਵਾਂ, ਇਸੇ ਤਰ੍ਹਾਂ ਦੂਜਿਆਂ ਵੱਲ ਵੀ ਧਿਆਨ ਮਾਰ। ਹਰ ਇੱਕ ਜੀਵ ਚਾਹੁੰਦਾ ਮੈਂ ਜੀਵਨ ਜੀਵਾਂ, ਮੌਤ ਵਾਲੇ ਪਾਸੇ ਕੋਈ ਵੀ ਨਹੀਂ ਜਾਣਾ ਚਾਹੁੰਦਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਾ ਦੇਖ ਅਵਰ ਨਹੀਂ ਦੇਖੈ। ਜਿਵੇਂ ਆਪਣੇ ਆਪ ਨੂੰ ਵੇਖਦਾ ਉਵੇਂ ਦੂਜਿਆਂ ਨੂੰ ਨਹੀਂ ਵੇਖਦਾ। ਕਾਹੇ ਕੋ ਝੱਖ ਮਾਰੈ, ਇਹ ਕਿਉਂ ਇਸ ਤਰ੍ਹਾਂ ਦੇ ਕਰਮਾਂ ਦੀ ਝੱਖ ਮਾਰ ਰਹੇ ਆ ਵੀ ਇਹ ਕਰਮ ਕਰਨਾ ਦੇ ਨਾਲ ਖੁਦਾ ਪ੍ਰਸੰਨ ਹੋ ਜਾਂਦਾ ਹੈ। ਕਾਜੀ ਸਾਹਿਬ ਏਕ ਤੋਈ ਮੈਂ, ਤੇਰਾ ਸੋਚ ਵਿਚਾਰ ਨਾ ਦੇਖੈ। ਹੇ ਕਾਜੀ ਉਹ ਸਾਹਿਬ ਇੱਕੋ ਹੈ, ਉਹ ਤੇਰੇ ਵਿੱਚ ਵੀ ਹੈ ਔਰ ਸਾਰਿਆਂ ਦੇ ਵਿੱਚ ਵੀ ਹੈ, ਪਰ ਤੇਰਾ ਦਿਮਾਗ ਕਿੱਥੇ ਗਿਆ, ਤੂੰ ਇਸ ਗੱਲ ਨੂੰ ਸੋਚਦਾ ਵਿਚਾਰਦਾ ਨਹੀਂ ਹੈ। ਕਾਜੀ ਸਾਹਿਬ ਏਕ, ਇਹਦਾ ਵਿਸ਼ਰਾਮ ਵੀ ਇੱਦਾਂ ਕਰਨਾ ਹੈ ਪਾਠ ਦਾ। ਜੇ ਆਪਾਂ ਇੱਦਾਂ ਪੜ੍ਹ ਦਾਂਗੇ ਕਾਜੀ ਸਾਹਿਬ, ਫਿਰ ਤਾਂ ਕਾਜੀ ਨਾਲ ਸਭ ਲੱਗ ਗਿਆ। ਕਾਜੀ ਸਾਹਿਬ ਏਕ ਤੋਹੀ ਮੈਂ, ਤੇਰਾ ਸੋਚ ਵਿਚਾਰ ਨਾ ਦੇਖੈ। ਇਹ ਕਾਜੀ ਉਹ ਸਾਹਿਬ ਖੁਦਾ ਵਾਹਿਗੁਰੂ ਇੱਕੋ ਹੈ, ਤੇਰੇ ਵਿੱਚ ਵੀ ਹੈ ਸਾਰਿਆਂ ਵਿੱਚ ਵੀ ਹੈ, ਪਰ ਤੂੰ ਇਸ ਗੱਲ ਦੀ ਵਿਚਾਰ ਨਹੀਂ ਕਰਦਾ, ਇਸ ਪਾਸੇ ਨਹੀਂ ਆਪਣਾ ਦਿਮਾਗ ਲਾਉਂਦਾ, ਬਸ ਦੂਜਿਆਂ ਨੂੰ ਮਾਰਨ ਦੀ ਕਰਦਾ ਹੈ, ਦੂਜਿਆਂ ਦਾ ਸਾਹ ਘੁੱਟਣ ਦੀ ਗੱਲ ਕਰਦਾ ਹੈ। ਖਬਰ ਨਾ ਕਰੈ ਦੀਨ ਕੇ ਬੋਰੇ, ਤਾਂ ਤੇ ਜਨਮਾ ਲੇਖੈ। ਖਬਰਦਾਰ ਤੇ ਸੂਝ ਸਮਝ ਹੋ ਜਾਣੀ, ਪਤਾ ਲੱਗ ਜਾਣਾ ਕਿਸੇ ਬਾਰੇ। ਤੈਨੂੰ ਦੀਨ ਦੀ ਖਬਰ ਨਹੀਂ ਹੈ। ਅਤੇ ਦੀਨ ਦਾ ਅਰਥ ਹੈ ਧਰਮ। ਅੱਗੇ ਵੀ ਬੇਨਤੀ ਕੀਤੀ, ਦੀਨ ਸ਼ਬਦ ਜੋ ਦਾਸ ਦੇ ਸਮਝ ਵਿੱਚ ਆਇਆ ਹੈ, ਪੜ੍ਹਨ ਵਿੱਚ ਆਇਆ, ਉਹ ਤਿੰਨ ਥਾਵਾਂ ਤਿੰਨ ਰੂਪਾਂ ਵਿੱਚ ਆਇਆ ਹੈ। ਦੀਨ ਦਾ ਅਰਥ ਧਰਮ ਵੀ ਹੈ, ਦੀਨ ਦਾ ਅਰਥ ਗਰੀਬ ਵੀ ਹੈ, ਅਤੇ ਦੀਨ ਦਾ ਅਰਥ ਦੇਣਾ ਵੀ ਹੈ। ਇੱਥੇ ਦੀਨ ਦਾ ਅਰਥ ਹੈ ਧਰਮ। ਅਤੇ ਭਗਤ ਕਬੀਰ ਸਾਹਿਬ ਕਹਿੰਦੇ ਖਬਰ ਨਾ ਕਰੈ ਦੀਨ ਕੇ ਬੋਰੇ, ਤਾਂ ਤੇ ਜਨਮਾ ਲੇਖੈ।
ਤੈਨੂੰ ਦੀਨ ਦੀ ਕੋਈ ਖਬਰਸਾਰ, ਕੋਈ ਸਮਝ ਨਹੀਂ ਹੈ, ਕੋਈ ਪਤਾ ਨਹੀਂ ਹੈ। ਖਬਰ ਦਾ ਅਰਥ ਫਿਰ ਸਮਝ ਲਈਏ, ਭਾਵ ਪਤਾ ਲੱਗ ਜਾਣਾ ਕਿਸੇ ਚੀਜ਼ ਬਾਰੇ। ਸਾਨੂੰ ਦੀਨ ਦੀ, ਧਰਮ ਦੀ ਕੋਈ ਸੋਝੀ ਨਹੀਂ ਹੈ, ਕੋਈ ਸਮਝ ਨਹੀਂ ਹੈ, ਅਤੇ ਮਨੁੱਖ ਧਰਮ ਦਾ ਢੋਲ ਵਜਾਈ ਜਾਂਦਾ ਵੀ ਮੈਂ ਬੜਾ ਧਾਰਮਿਕ ਹੋ ਗਿਆ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਤੱਕ ਧਰਮ ਦੀ ਸਮਝ ਨਹੀਂ ਪੈਂਦੀ ਉਦੋਂ ਤੱਕ ਤੇਰਾ ਜਨਮ ਲੇਖੇ ਵਿੱਚ ਨਹੀਂ ਲੱਗੇਗਾ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੋ ਭਗਤ ਕਬੀਰ ਸਾਹਿਬ ਫਰਮਾਨ ਕਰ ਰਹੇ ਨੇ, ਰਹਾਓ ਸਾਚ ਕਤੇਬ ਬਖਾਨੈ, ਅੱਲੋ ਨਾਰ ਪੁਰਖ ਨਹੀਂ ਕੋਈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਾਚ ਕਤੇਬ ਬਖਾਨੈ, ਅੱਲੋ ਨਾਰ ਪੁਰਖ ਨਹੀਂ ਕੋਈ। ਕਤੇਬ ਜੋ ਇਸਲਾਮ ਜਾਂ ਸ਼ਾਮੀ ਧਰਮਾਂ ਦੇ ਜੋ ਗ੍ਰੰਥ ਨੇ ਉਹਦੇ ਵਿੱਚ ਕੁਰਾਨ ਵੀ, ਅੰਜੀਲ, ਤੋਰੇਤ, ਜ਼ਬੂਰ, ਬਾਈਬਲ ਸਾਰਾ ਕੁਝ ਇਹ ਆ ਜਾਂਦਾ ਹੈ। ਤੋ ਭਗਤ ਕਬੀਰ ਸਾਹਿਬ ਕਹਿੰਦੇ ਉਹ ਸਾਰੇ ਗ੍ਰੰਥ ਉਹ ਵੀ ਸੱਚੇ ਖੁਦਾ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਗੱਲ ਕਰਦੇ ਨੇ। ਉਹ ਵੀ ਕਹਿੰਦੇ ਨੇ ਸਾਰਿਆਂ ਵਿੱਚ ਵਾਹਿਗੁਰੂ ਹੈ, ਕੋਈ ਨਾਰ ਪੁਰਖ ਨਹੀਂ, ਭਾਵ ਸਾਰੇ ਪਾਸਿਓਂ ਖੁਦਾ ਹੀ ਖੁਦਾ ਹੈ। ਇਹ ਸਾਡੀ ਭ੍ਰਾਂਤੀ ਕਰਕੇ ਸਾਨੂੰ ਇਹ ਲੱਗ ਰਿਹਾ ਸੰਸਾਰ ਦੇ ਭਿੰਨ ਭਿੰਨ ਰੂਪ, ਵੈਸੇ ਉਹ ਸਾਰਿਆਂ ਵਿੱਚ ਉਹਦੀ ਜੋਤ ਬਰਾਬਰ ਹੈ। ਪੜ੍ਹੇ ਗੁਣੇ ਨਾਹੀ ਕਛ ਬੋਰੇ, ਜੋ ਦਿਲ ਮੈਂ ਖਬਰ ਨਾ ਹੋਈ। ਪੜ੍ਹੇ ਗੁਣੇ ਨਾਹੀ ਕਛ ਬੋਰੇ, ਜੋ ਦਿਲ ਮੈਂ ਖਬਰ ਨਾ ਹੋਈ। ਇਹ ਬਾਹਰੋਂ ਧਾਰਮਿਕ ਗ੍ਰੰਥਾਂ ਦਾ, ਮਰਿਆਦਾ ਦਾ ਅਡੰਬਰ ਰਚਣ ਦਾ ਕੀ ਫਾਇਦਾ ਹੋਇਆ ਜੇਕਰ ਤੇਰੇ ਦਿਲ ਵਿੱਚ ਇਹ ਗੱਲ ਸਮਝ ਨਹੀਂ ਆਈ ਤੈਨੂੰ। ਜੇ ਆਪਾਂ ਬਾਹਰੋਂ ਬੜਾ ਧਰਮ ਦਾ ਅਡੰਬਰ ਕਰੀ ਚਲੀਏ ਪਰ ਸਾਡੇ ਦਿਲ ਵਿੱਚ ਧਰਮ ਨਾ ਹੋਵੇ, ਫਿਰ ਬਾਹਰਲੇ ਧਰਮ ਦਾ ਕੋਈ ਫਾਇਦਾ ਨਹੀਂ, ਇੱਕ ਪੈਸੇ ਜਿੰਨਾ ਵੀ ਫਾਇਦਾ ਨਹੀਂ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਇਸ ਤਰ੍ਹਾਂ ਦੇ ਪਖੰਡ ਤੋਂ ਰੋਕਿਆ ਹੈ, ਇਸ ਤਰ੍ਹਾਂ ਦੇ ਕਰਮਕਾਂਡ ਤੋਂ ਰੋਕਿਆ ਹੈ ਕਿ ਕੇਵਲ ਬਾਣੀ ਨੂੰ ਪੜ੍ਹਨਾ ਹੀ ਨਹੀਂ ਹੈ, ਜੋ ਬਾਣੀ ਕਹਿ ਰਹੀ ਹੈ ਉਹਨੂੰ ਆਪਣੇ ਜੀਵਨ ਵਿੱਚ ਵੀ ਧਾਰਨ ਕਰ, ਉਸ ਦੇ ਮੁਤਾਬਕ ਆਪਣਾ ਜੀਵਨ ਬਣਾ ਲੈ। ਵੇਖੋ ਗੁਰਬਾਣੀ ਆਪਾਂ ਨੂੰ ਕੀ ਕਹਿੰਦੀ ਹੈ, ਧਰਮ ਸਮਝਣਾ ਨਾ, ਧਰਮ ਕੀ ਹੈ? ਧਰਮ ਇਹ ਹੈ ਤੇਰੀਆਂ ਅੱਖਾਂ ਮਾੜਾ ਨਾ ਵੇਖਣ। ਆਪਾਂ ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਈਏ ਪਰ ਸਾਡੀਆਂ ਅੱਖਾਂ ਜੇ ਮਾੜਾ ਵੇਖਦੀਆਂ ਨੇ ਤੇ ਆਪਾਂ ਨੂੰ ਧਰਮ ਦੀ ਬਿਲਕੁਲ ਸਮਝ ਨਹੀਂ ਹੈ। ਮਹਾਰਾਜ ਕਹਿੰਦੇ ਨੇ ਨਾ ਕਿ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼ ਪਰ, ਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਰੋੜਾਂ ਵਿੱਚੋਂ ਕੋਈ ਧਰਮੀ ਹੁੰਦਾ ਹੈ, ਵਰਨਾ ਮਹਾਰਾਜ ਕਹਿੰਦੇ ਅਧਰਮੀ ਲੋਕ ਨੇ, ਭਾਵੇਂ ਉਹ ਬਾਣੀ ਪੜ੍ਹ ਰਹੇ ਨੇ। ਮਾਫ ਕਰਨਾ, ਕਿਉਂਕਿ ਇਹ ਬਚਨ ਉੱਚੀ ਅਵਸਥਾ ਵਿੱਚ ਆ ਗਏ, ਹਰ ਇੱਕ ਨੂੰ ਖਪਾ ਨਹੀਂ ਹੁੰਦੇ ਵੀ ਫਿਰ ਸਾਨੂੰ ਬਾਣੀ ਪੜ੍ਹਨ ਦਾ ਫਾਇਦਾ ਕੀ ਹੋਇਆ। ਜੇ ਅਸੀਂ ਅਧਰਮੀ ਹੀ ਰਹੇ ਫਿਰ ਸਾਨੂੰ ਬਾਣੀ ਪੜ੍ਹਨ ਦਾ ਲਾਭ ਕੀ? ਬਾਣੀ ਪੜ੍ਹਨੀ ਹੈ ਕਿ ਸਾਨੂੰ ਧਰਮ ਆ ਜਾਵੇ, ਸਮਝ ਆ ਜਾਵੇ, ਅਸੀਂ ਉਸ ਸੱਚ ਨਾਲ ਜੁੜ ਜਾਈਏ ਔਰ ਇਹਨਾਂ ਵਿਕਾਰਾਂ ਤੋਂ ਬਚ ਜਾਈਏ। ਪਰ ਜੇਕਰ ਆਪਾਂ ਬਾਣੀ ਵੀ ਪੜ੍ਹਦੇ ਹਾਂ, ਅੱਖਾਂ ਨਾਲ ਮਾੜਾ ਵੀ ਵੇਖਦਾ ਹੈ, ਰਸਨਾ ਨਾਲ ਮਾੜਾ ਬੋਲਦਾ ਹੈ, ਕੰਨਾਂ ਨਾਲ ਮਾੜਾ ਸੁਣਦਾ ਹੈ, ਹੋਰ ਵੀ ਦੋਸ਼ ਬੜੇ ਨੇ, ਤੇ ਫਿਰ ਮਹਾਰਾਜ ਕਹਿੰਦੇ ਇਹ ਪਖੰਡ ਕਰ ਰਿਹਾ, ਸਿਵਾਏ ਪਖੰਡ ਦੇ ਹੋਰ ਕੁਝ ਵੀ ਨਹੀਂ। ਇਸੇ ਕਰਕੇ ਗੁਰੂ ਬਾਬਾ ਜੀ ਨੇ ਕਹਿਤਾ, ਛੋਡੀ ਲੈ ਪਖੰਡਾ ਨਾਮ ਲਿਆ ਜਾਹੇ ਤਰੰਦਾ। ਪਖੰਡ ਛੱਡ ਦੇ, ਇਹ ਪਖੰਡ ਕਰ ਰਿਹਾ ਹੈ। ਤੋ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਪੜ੍ਹਿਆ ਸੁਣਿਆ ਬੜਾ ਪਰ ਦਿਲ ਵਿੱਚ ਇਹਦੀ ਸਮਝ ਹੀ ਨਹੀਂ ਆਈ। ਪੜ੍ਹੇ ਗੁਣੇ ਨਾਹੀ ਕਛ ਬੋਰੇ, ਇਹ ਬੋਰੇ ਝੱਲੇ। ਪੜ੍ਹਨ ਗੁਣ ਨਾਲ ਇੱਦਾਂ ਕਰਨ ਨਾਲ ਕੁਝ ਨਹੀਂ ਹੁੰਦਾ, ਜੋ ਦਿਲ ਮੈਂ ਖਬਰ ਨਾ ਹੋਈ। ਜੇ ਤੈਨੂੰ ਦਿਲ ਵਿੱਚ ਰੱਬ ਦਾ ਰਸ ਨਹੀਂ ਆਇਆ, ਕੋਈ ਸਮਝ ਨਹੀਂ ਆਈ। ਅੱਲੋ ਗੈਬ ਸਗਲ ਘਟ ਭੀਤਰ, ਹਿਰਦੈ ਲਿਓ ਵਿਚਾਰੀ। ਉਹ ਅੱਲਾ ਵਾਹਿਗੁਰੂ ਗੈਬ ਦਾ ਅਰਥ ਹੈ ਗੁਪਤ,
ਉਹ ਸਾਰਿਆਂ ਦੇ ਅੰਦਰ ਬੈਠਾ ਹੋਇਆ ਗੁਪਤ ਵਰਤ ਰਿਹਾ ਹੈ। ਆਪਣੇ ਹਿਰਦੇ ਵਿੱਚ ਉਹਨੂੰ ਖੋਜਣਾ ਕਰ, ਵਿਚਾਰਨਾ ਕਰ। ਹਿੰਦੂ ਤੁਰਕ ਦੋਵੇਂ ਮੈਂ ਏਕ ਹੈ, ਕਹਿ ਕਬੀਰ ਪੁਕਾਰੀ। ਹਿੰਦੂ ਤੁਰਕ ਭਾਵੇਂ ਕੋਈ ਵੀ ਹੈ, ਸਾਰਿਆਂ ਦੇ ਵਿੱਚ ਇੱਕੋ ਹੈ। ਭਗਤ ਕਬੀਰ ਸਾਹਿਬ ਕਹਿੰਦੇ ਭਾਈ ਅਸੀਂ ਪੁਕਾਰ ਕੇ ਦੁਨੀਆ ਨੂੰ ਇਹ ਕਹਿੰਦੇ ਆ ਸਾਰਿਆਂ ਦੇ ਅੰਦਰ ਇੱਕੋ ਰੱਬ ਵਰਤ ਰਿਹਾ ਹੈ। ਇਸ ਕਰਕੇ ਉਸ ਰੱਬ ਨੂੰ ਵੇਖਣਾ ਕਰੋ, ਜਾਣਨਾ ਕਰੋ। ਜਦੋਂ ਜੀਵ ਉਹਨੂੰ ਵੇਖਦਾ ਹੈ ਫਿਰ ਕਿਸੇ ਵੀ ਜੀਵ ਦੀ ਹੱਤਿਆ ਨਹੀਂ ਕਰੇਗਾ, ਫਿਰ ਕਿਸੇ ਵੀ ਜੀਵ ਨੂੰ ਮਾਰੇਗਾ ਨਹੀਂ। ਜਿਵੇਂ ਭਗਤ ਕਬੀਰ ਸਾਹਿਬ ਜੀ ਦੇ ਇੱਕ ਥਾਂ 'ਤੇ ਹੋਰ ਵੀ ਬਚਨ ਆਉਂਦੇ ਨੇ, ਜੋ ਸਭ ਮੈਂ ਏਕ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੈ। ਜੇ ਤੂੰ ਕਹਿੰਦਾ ਵੀ ਸਾਰਿਆਂ ਵਿੱਚ ਇੱਕ ਖੁਦਾ ਹੈ, ਫਿਰ ਤੂੰ ਮੁਰਗੀ ਦਾ ਕਿਵੇਂ ਗਲਾ ਵੱਢ ਦਿੰਦਾ ਹੈ ਜਾਂ ਹੋਰ ਕਿਸੇ ਜੀਵ ਨੂੰ, ਕਿਉਂਕਿ ਉਹਦੇ ਵਿੱਚ ਵੀ ਤਾਂ ਖੁਦਾ ਦਾ ਨੂਰ ਹੈ, ਜੋਤ ਹੈ। ਸੋ ਸਤਿਗੁਰੂ ਜੀ ਮਿਹਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਅਗਾਧ ਬੋਧ ਬਾਣੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।